ਜਿਹਨੂੰ ਪਹਿਲੇ ਘੱਲੂਘਾਰੇ ਵੀ ਯਾਦ ਸਨ, ਇਹ ਉਹਨਾਂ ਤੋਂ ਵੀ ਵੱਡਾ ਘੱਲੂਘਾਰਾ ਜਾਪਿਆ ਜਿੱਥੇ ਸਿੱਖਾਂ ਦਾ ਖੂਨ ਇਸ ਤਰ੍ਹਾਂ ਡੋਲਿਆ ਗਿਆ ਜਿਵੇਂ ਲਾਸ਼ਾਂ ਹੀ ਲਾਸ਼ਾਂ ਚਾਰੇ ਪਾਸੇ ਵਿਛਾ ਦਿੱਤੀਆਂ ਗਈਆਂ। ਤਕਰੀਬਨ 6 ਵਜੇ 6 ਤਰੀਕ ਨੂੰ 5 ਤਰੀਕ ਨੂੰ ਉਹਨਾਂ ਪਰਮਿਸ਼ਨ ਲਈ ਮੰਗਿਆ ਸੀ, ਲੇਕਿਨ ਲੇਟ ਪਰਮਿਸ਼ਨ ਹੋਣ ਕਰਕੇ ਉਹਨਾਂ ਨੇ ਫਾਇਰ ਕੀਤਾ। ਜਦ ਅਗਰ ਤੁਸੀਂ ਫਾਇਰ ਕੀਤਾ ਸੀ ਅਕਾਲ ਤਖਤ ਵੱਲ ਨੂੰ, ਔਰ ਹਰਿਮੰਦਰ ਸਾਹਿਬ ਦੇ ਥੋੜ੍ਹਾ ਲੈਫਟ ਪੈਂਦਾ ਹੈ, ਉਹ ਵਿੱਚੋਂ ਆਉਂਦੀ ਸੀ ਡਿਊੜੀ ਸਾਹਿਬ ਦੇ ਵਿੱਚ ਦੀ ਸਾਰੇ ਗੋਲੇ ਨਿਕਲੇ ਹੋਏ ਆ, ਸਾਰੀ ਖੱਬਾ ਪਾਸਾ ਪੂਰਾ ਢਾਇਆ ਹੋਇਆ ਸੀ। ਅਕਾਲ ਤਖਤ ਤੇ ਦੇਖੇ ਸਾਰੇ, ਨਾਲੇ ਤਾਂ ਲੋਕੀ ਰੋਈ ਜਾਂਦੇ ਸੀ, ਨਾਲੇ ਦੇਖੀ ਜਾਂਦੇ ਸੀ। ਬਹੁਤ ਹੀ ਬੁਰਾ ਹਾਲ ਸੀ। ਦੋ ਨਿਸ਼ਾਨ ਸਾਹਿਬ ਨੇ ਉਹਦੇ ਵਿਚਾਲੇ ਤੇ ਅਕਾਲ ਤਖਤ ਤਾਂ ਉੱਥੇ, ਇੱਕ ਤਾਂ ਸੰਤ ਭਿੰਡਰਾਂ ਵਾਲੇ ਦੀ ਲਾਸ਼ ਉੱਥੇ ਸੀ, ਉਹਦੇ ਨਾਲ ਹੀ ਜਨਰਲ ਸ਼ਬੇਗ ਸਿੰਘ ਦੀ। ਇਹ ਤੁਸੀਂ ਆਪਣੀ ਅੱਖੀਂ ਦੇਖਿਆ? ਨਹੀਂ, ਉਹ ਤਾਂ ਪਹਿਲਾਂ ਹੋ ਚੁੱਕਿਆ ਸੀ, ਜਿੱਥੋਂ ਦੱਸਣ ਵਾਲਿਆਂ ਨੇ ਦੱਸਿਆ। 4 ਤਰੀਕ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਹੈਲੀਕਾਪਟਰ ਰਾਹੀਂ ਪੈਰਾਟਰੂਪਰ ਸੁੱਟੇ ਸੀ, ਉਹ ਤਕਰੀਬਨ ਸਾਰੇ ਦੇ ਸਾਰੇ ਜ਼ਖਮੀ ਜਾਂ ਮਾਰੇ ਗਏ। ਫਿਰ ਇਹਨਾਂ ਨੇ ਪਲਟਣਾ ਲਾਈਆਂ, ਟੋਟਲ ਇੱਥੇ ਡਿਵੀਜ਼ਨ ਪਲੱਸ ਇਨਵੋਲਵਡ ਸਿਰਫ ਅਟੈਕ ਤੇ ਸੀ। ਇੱਕ ਤਾਂ 4 ਡਿਵੀਜ਼ਨ ਸੀ, 15 ਡਿਵੀਜ਼ਨ ਦੇ ਕੁਝ ਟਰੁੱਪ ਸੀਗੇ ਜੋ ਉਹਦੇ ਅੰਡਰ ਰੱਖੇ ਸੀਗੇ, ਤੇ ਉਹਨਾਂ ਨੇ 4 ਤਰੀਕ ਨੂੰ ਹਮਲਾ ਕੀਤਾ। ਰਾਤ ਨੂੰ ਹਮਲਾ ਸ਼ੁਰੂ ਹੋਇਆ ਸੀ ਤਕਰੀਬਨ 11 ਵਜੇ, ਤੇ 5 ਤਰੀਕ ਨੂੰ ਵੀ ਹਮਲਾ ਕਰਦੇ ਰਹੇ, ਲੇਕਿਨ ਅੱਗੇ ਨਹੀਂ ਸੀ ਵੱਧ ਰਹੇ। ਇੰਦਰਾ ਗਾਂਧੀ ਜਿਵੇਂ ਪ੍ਰਾਈਮ ਮਿਨਿਸਟਰ ਸੀ, ਪਲਾਨ ਬਣਾਇਆ ਸੀ ਰਾਜੀਵ ਗਾਂਧੀ ਤੇ ਉਹਨਾਂ ਦਾ ਕਜ਼ਨ ਨਹਿਰੂ, ਤੇ ਨਾਲ ਆਪਣਾ ਰਾਓ ਸੀ, ਕਾਓ ਜਿਹੜਾ ਸੀ ਇੰਟੈਲੀਜੈਂਸ ਦਾ ਸੀ, ਉਹ ਓਵਰਆਲ ਇੰਚਾਰਜ ਸੀ। ਫੌਜਾਂ ਲਈ ਜਨਰਲ ਰਾਓ ਸੀਗਾ, ਉਹ ਵੈਸਟਰਨ ਕਮਾਂਡ ਦੇ ਥੱਲੇ ਸੀ। ਉਹਦਾ ਜੋ ਚੀਫ ਆਫ ਸਟਾਫ ਸੀ ਜਨਰਲ ਦਿਆਲ ਸੀ। ਇਹਦਾ ਓਵਰਆਲ ਇੰਚਾਰਜ ਬਣਾਇਆ ਸੀ ਜਨਰਲ ਦਿਆਲ ਨੂੰ, ਮਤਲਬ ਪੂਰੇ ਪੰਜਾਬ ਦਾ ਇਸ ਇਲਾਕੇ ਦੇ 3 ਕੋਰ ਫੌਜ ਸੀ, 3 ਕੋਰ, ਔਰ 3 ਕੋਰ ਦੇ ਵਿੱਚ 3 ਲੱਖ ਬੰਦਾ ਦੇਖ ਲਓ। ਫਿਰ 2 ਬਟਾਲੀਅਨਾਂ ਭੇਜੀਆਂ, ਲੇਕਿਨ ਇੰਨੀ ਜ਼ਿਆਦਾ ਇੰਟਰੈਂਚ ਕੀਤੀ ਹੋਈ ਸੀ ਇਸ ਤਰੀਕੇ ਦੇ ਨਾਲ, ਜਿਹਦਾ ਪਾਣੀ ਦਾ ਜਿੱਥੋਂ ਨਿਕਲਦਾ ਨਾ ਸੋਮਾ, ਉਹਦੇ ਵਿੱਚ ਵੀ ਬਣਾਈਆਂ ਹੋਈਆਂ ਸੀ ਖੰਦਕਾਂ, ਤੇ ਹਰ ਪਾਸਿਓਂ ਗੋਲੀ ਵਰਦੀ ਸੀ, ਥੱਲਿਓਂ ਜ਼ਮੀਨਾਂ ਦੇ ਉੱਤੇ, ਲੱਤਾਂ ਦੇ ਉੱਤੇ, ਔਰ ਹਰ ਕਮਰੇ ਦੇ ਵਿੱਚੋਂ ਗੋਲੀਆਂ ਵਰ ਰਹੀਆਂ ਸੀ। ਤੇ ਇੰਨੀ ਤਕੜੀ ਮੋਰਚੇਬੰਦੀ ਉਹਨਾਂ ਨੇ ਕਿਸ ਤਰ੍ਹਾਂ ਕੀਤੀ ਹੋਈ ਸੀ? ਜਨਰਲ ਸ਼ਬੇਗ ਸਿੰਘ ਬੜਾ ਮਾਸਟਰਮਾਈਂਡ ਸੀ, ਮੈਂ ਉਹਦੇ ਥੱਲੇ ਕੰਮ ਵੀ ਕੀਤਾ ਹੈ। 71 ਦੇ ਵਿੱਚ ਜਦੋਂ ਅਸੀਂ ਪਾਕਿਸਤਾਨ 'ਤੇ ਅਟੈਕ ਕਰਨਾ ਸੀਗਾ, ਤੇ ਉਹ ਟ੍ਰੇਨ ਕਰ ਰਿਹਾ ਸੀਗਾ ਮੁਕਤੀ ਬਾਹਿਨੀ ਨੂੰ। ਅਗਰ ਅਟੈਕ ਹੋਏਗਾ ਤਾਂ ਟੈਂਕਾਂ ਮੋਟਰਾਂ ਨਾਲ ਵੀ ਹੋ ਸਕਦਾ, ਤਾਂ ਉਹਨੇ ਉਹਦਾ ਵੀ ਬੰਦੋਬਸਤ ਕੀਤਾ ਹੋਇਆ ਸੀ। ਉਹਨਾਂ ਨੇ ਇਸੇ ਕਰਕੇ ਹੀ ਸੰਤ ਭਿੰਡਰਾਂ ਵਾਲੇ ਨੂੰ ਮੋਹਰਾ ਬਣਾਇਆ, ਕਿਉਂਕਿ ਉਹ ਬੜਾ ਸੱਚਾ ਸੁੱਚਾ ਬੰਦਾ ਸੀ। ਉਹ ਆਪਣੇ ਹਿਸਾਬ ਦੇ ਨਾਲ ਚੱਲਦਾ ਸੀ, ਲੇਕਿਨ ਉਹ ਚਾਹੁੰਦਾ ਸੀ ਕਿ ਵੀ ਅਸੀਂ ਸਿੱਖਾਂ ਦਾ ਜਾਂ ਪ੍ਰਮੁੱਖ ਸਥਾਨ ਹੈ, ਇਹ 'ਤੇ ਹਮਲਾ ਨਹੀਂ ਹੋਣ ਦੇਣਾ। ਸਰਕਾਰ ਦੀ ਅਪਰੋਚ ਕਿਸੇ ਹੋਰ ਤਰ੍ਹਾਂ ਸੀ, ਬਾਦਲ ਦੀ ਅਪਰੋਚ ਕਿਸੇ ਹੋਰ ਤਰ੍ਹਾਂ ਸੀ, ਬਾਦਲ ਤੇ ਟੌੜੇ ਦੀ ਅਪਰੋਚ ਹੋਰ ਤਰ੍ਹਾਂ ਸੀ। ਪੋਲੀਟਿਕਸ ਸਾਰੇ ਇੱਕ ਨਹੀਂ ਸੀਗਾ ਇਹ। ਜੇ ਅਕਾਲੀ ਇਕੱਠੇ ਹੋ ਕੇ ਇੱਕ ਅਪਰੋਚ ਨਾਲ ਜਾਂਦੇ ਤਾਂ ਇਹ ਰੋਕ ਸਕਦੇ ਸੀ। ਜੋ ਵਿੱਚੋਂ ਲੈਟਰ ਮੈਂ ਦੇਖੇ ਨੇ, ਸ਼ਾਇਦ ਬਾਦਲ ਦੇ ਸੀ ਲੈਟਰ ਜਾਂ ਟੌੜੇ ਦੇ ਸੀ ਲੈਟਰ ਸੀਗੇ, ਤਾਂ ਇਹਦਾ ਮਤਲਬ ਸਾਡੀ ਆਪਣੀ ਕੌਮ ਹੀ ਫਟੀ ਹੋਈ ਸੀ। ਜਦ ਆਪਣੀ ਕੌਮ ਫਟ ਜਾਏ ਤਾਂ ਸਾਨੂੰ ਉਹ ਭੁਗਤਣਾ ਹੀ ਪੈਂਦਾ, ਤੇ ਉਹਦਾ ਫਾਇਦਾ ਉਹਨਾਂ ਨੇ ਲਿਆ। 2 ਤਰੀਕ ਨੂੰ ਇੰਦਰਾ ਗਾਂਧੀ ਲੈਕਚਰ ਦਿੰਦੀ ਆ, ਅਸੀਂ ਸ਼ਾਂਤੀ ਚਾਹੁੰਦੇ ਹਾਂ ਜੀ, ਤੁਸੀਂ ਇਹ ਛੱਡ ਦਿਓ ਜੀ, ਹਰਿਮੰਦਰ ਸਾਹਿਬ ਦੇ ਉੱਤੇ ਇਹ ਜਿਹੜੇ ਇੰਨਾ ਕੁਛ ਹੋ ਰਿਹਾ ਹੈ, ਇਹਨੂੰ ਬੰਦ ਕਰੋ ਜੀ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੀ ਕੌਮ ਦਾ ਫਾਇਦਾ ਚਾਹੁੰਦੇ ਹਾਂ। ਉਦੋਂ ਕੋਈ ਮਤਲਬ ਇਹੋ ਜਿਹੀ ਇੰਕਲਿੰਗ ਵੀ ਨਹੀਂ ਸੀ ਕਿ ਹਮਲਾ ਕਰਨਾ।
ਇੱਕ ਸਿੱਖ ਕੌਮ ਨੂੰ ਅਲੱਗ ਕਰ ਦਿੱਤਾ ਗਿਆ ਇੱਕ ਕਿਸਮ ਦੇ ਨਾਲ। ਉਹਨੀ ਜਿੰਦਾ ਜਿੰਨੀ ਬੇਇੱਜ਼ਤੀ ਮੈਨੂੰ ਮਹਿਸੂਸ ਹੋਈ ਨਾ, ਇਹਦੇ ਵਰਦੀ ਦੇ ਵਿੱਚ ਵੀ ਸਾਡੀ ਇੰਨੀ ਜ਼ਿਆਦਾ ਬੇਇੱਜ਼ਤੀ ਲੱਗਦੀ ਸੀ। ਮਤਲਬ ਐਂ ਲੱਗਦਾ ਜਿਵੇਂ ਅਸੀਂ ਇੱਕ ਤਾਂ ਦੁਸ਼ਮਣ ਦੇ ਨਾਲ ਵੀ ਕੋਈ ਇੰਨਾ ਬੁਰਾ ਨਹੀਂ ਕਰਦਾ ਜਿੰਨਾ ਸਾਡੇ ਨਾਲ ਕੀਤਾ ਜਾਂਦਾ ਸੀ। ਚੈੱਕ ਪੁਆਇੰਟ ਥਾਂ ਸੀਗੇ, ਬੱਸਾਂ 'ਚ ਤਾਰ ਕੇ ਚੈੱਕ ਕਰਨੀ। ਦੱਸੋ ਇੰਨਾ ਬੁਰਾ ਲੱਗਦਾ ਸੀ। ਮੈਨੂੰ ਵਰਦੀ ਵਾਲੇ ਯੂਨੀਫਾਰਮ 'ਚ ਮੈਨੂੰ ਵਰਦੀ ਦੇ ਉੱਤੇ ਹੀ ਨਫ਼ਰਤ ਹੋਣ ਲੱਗ ਗਈ ਸੀ। ਰਾਜੀਵ ਗਾਂਧੀ ਨੇ ਥਾਂ ਕਰਕੇ ਵੋਟਾਂ ਜਿੱਤੀਆਂ। ਜਦ ਰਾਜੀਵ ਗਾਂਧੀ ਨੇ ਸਭ ਤੋਂ ਜ਼ਿਆਦਾ ਇਲੈਕਸ਼ਨ 'ਚ ਵੋਟਾਂ ਲਈਆਂ ਤਾਂ ਸਿੱਖਾਂ ਦੇ ਨਾਂ 'ਤੇ ਹੀ ਲਈਆਂ ਕਿ ਅਸੀਂ ਸਿੱਖਾਂ ਨੂੰ ਸਭ ਕੁਝ ਸਿਖਾ ਦਿੱਤਾ। ਔਰ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਸੀ ਉਹਨੇ ਉਦੋਂ। ਅਸੀਂ ਤਾਂ ਸਾਨੂੰ ਤਾਂ ਐਂ ਲੱਗਦਾ ਸੀ ਵੀ ਅਸੀਂ ਕਿਤੇ ਵਾਧੂ ਹੁੰਦੇ ਹਾਂ। ਜੂਨ ਦਾ ਮਹੀਨਾ ਸਿੱਖ ਕੌਮ ਵਾਸਤੇ ਬੜਾ ਹੀ ਦੁਖਦਾਈ ਮਹੀਨਾ ਚੜ੍ਹਦਾ। ਅੱਜ ਤੋਂ 36 ਸਾਲ ਪਹਿਲਾਂ 1984 ਦੇ ਵਿੱਚ ਜੂਨ ਦੇ ਵਿੱਚ ਹੀ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਦੋਂ ਸ਼ਹੀਦੀ ਪ੍ਰਾਪਤ ਹੋਈ। ਆਰਮੀ ਨੇ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਇਆ। ਅਕਾਲ ਤਖਤ ਸਾਹਿਬ ਜੋ ਸਿੱਖ ਕੌਮ ਦੀ ਸੁਪਰੀਮ ਸੰਸਥਾ ਹੈ, ਜਿਸ ਦਾ ਹੁਕਮ ਕੋਈ ਨਹੀਂ ਟਾਲਦਾ ਸਿੱਖ ਕੌਮ ਦੇ ਵਿੱਚ, ਉਸ ਨੂੰ ਨਿਸ਼ਾਨਾ ਬਣਾਇਆ, ਉਸ ਨੂੰ ਟੈਂਕਾਂ ਤੋਪਾਂ ਦੇ ਨਾਲ ਉਡਾਇਆ ਗਿਆ। ਤਾਂ ਅੱਜ 36 ਸਾਲ ਬਾਅਦ ਵੀ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਤਾਂ ਸਿੱਖ ਕੌਮ ਦੇ ਜਿਹੜੇ ਜ਼ਖਮ ਨੇ ਉਹ ਦੁਬਾਰਾ ਹਰੇ ਹੋ ਜਾਂਦੇ ਨੇ। ਅਤੇ ਇਸ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਜਿਨ੍ਹਾਂ ਨੇ ਦੋਨੋਂ ਪੱਖਾਂ ਨੂੰ ਰਿਸਰਚ ਕੀਤੀ, ਸਾਰਾ ਸਮਝਿਆ ਇਹ ਅਟੈਕ ਕਿਉਂ ਹੋਇਆ, ਕਿਵੇਂ ਹੋਇਆ, ਜਿਸ ਸ਼ਖਸ ਨੇ ਇਸ 'ਤੇ ਸਾਰੀ ਰਿਸਰਚ ਕੀਤੀ, ਅੱਜ ਸਾਡੇ ਨਾਲ ਉਹ ਮੌਜੂਦ ਨੇ ਸਾਬਕਾ ਕਰਨਲ ਡਾਕਟਰ DS ਗਰੇਵਾਲ ਜੀ, ਜਿਨ੍ਹਾਂ ਨੇ ਬਹੁਤ ਰਿਸਰਚ ਕੀਤੀ ਹੈ ਇਸ 'ਤੇ, ਖੁਦ ਵੀ ਉੱਥੇ ਮੌਜੂਦ ਸੀ ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕਰਨਲ ਸਾਹਿਬ, ਅੱਜ 36 ਸਾਲਾਂ ਬਾਅਦ ਜਦੋਂ ਤੁਸੀਂ ਉਸ ਮੰਜ਼ਰ ਨੂੰ ਯਾਦ ਕਰਦੇ ਹੋ, ਜਦੋਂ ਤੁਸੀਂ ਉੱਥੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਸੀ, ਕੀ ਮਹਿਸੂਸ ਕਰਦੇ ਹੋ? ਮੈਂ ਜ਼ਿੰਦਗੀ 'ਚ ਇੰਨਾ ਬੁਰਾ ਕਦੇ ਵੀ ਮਹਿਸੂਸ ਨਹੀਂ ਕੀਤਾ। ਜਦੋਂ ਖਾਸ ਕਰਕੇ ਮੈਂ ਉਹ ਥਾਵਾਂ 'ਤੇ, ਜਿਵੇਂ ਉਹ ਪਟਿਆਲਾ ਦੇ ਵਿੱਚੋਂ ਪਹਿਲਾਂ ਅਤੇ ਫਿਰ ਹਰਿਮੰਦਰ ਸਾਹਿਬ, ਬਾਅਦ 'ਚ ਮੁਕਤਸਰ, ਇਹ ਹਾਲਾਤ ਜ਼ਮੀਨ 'ਤੇ ਦੇਖੇ, ਦਿਲ ਕੰਬਾਊ ਹਾਲਾਤ ਸਨ। ਔਰ ਇੱਕ ਸਿੱਖ ਜਿਹਨੂੰ ਪਹਿਲੇ ਘੱਲੂਘਾਰੇ ਵੀ ਯਾਦ ਸਨ, ਇਹ ਉਹਨਾਂ ਤੋਂ ਵੀ ਵੱਡਾ ਘੱਲੂਘਾਰਾ ਜਾਪਿਆ, ਜਿੱਥੇ ਸਿੱਖਾਂ ਦਾ ਖੂਨ ਇਸ ਤਰ੍ਹਾਂ ਡੋਲਿਆ ਗਿਆ ਜਿਵੇਂ ਲਾਸ਼ਾਂ ਹੀ ਲਾਸ਼ਾਂ ਚਾਰੇ ਪਾਸੇ ਵਿਛਾ ਦਿੱਤੀਆਂ ਗਈਆਂ। ਜਿੱਥੇ ਪਹਿਲਾਂ ਪਾਠ ਦਾ ਅੰਮ੍ਰਿਤ ਵਰਸਦਾ ਸੀ, ਖੂਨ ਇਸ ਤਰ੍ਹਾਂ ਵਗਣਾ, ਇਹ ਬਹੁਤ ਵੱਡੀ ਕਰੋਪੀ ਸੀ ਜੋ ਸਿੱਖ ਧਰਮ ਦੇ ਉੱਤੇ, ਸਿੱਖ ਕੌਮ ਦੇ ਉੱਤੇ ਇੱਕ ਬਹੁਤ ਬੁਰਾ ਸਮਾਂ ਗਿਣਿਆ ਜਾ ਸਕਦਾ ਹੈ। ਕਿਉਂਕਿ ਜੋ ਪਹਿਲੇ ਦੋ ਘੱਲੂਘਾਰੇ ਹੋਏ ਸਨ ਉਹ ਸਾਡੇ ਟਾਈਮ 'ਤੇ ਨਹੀਂ ਸੀ, ਉਹ ਪਹਿਲਾਂ ਹੋਏ ਸੀ, ਪਰ ਇਹ ਤੀਜਾ ਘੱਲੂਘਾਰਾ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ। ਇਸ ਦਫਾ ਸਾਡੇ ਮੇਰੇ ਅਗੇਂਸਟ ਖਾਸ, ਔਰ ਮੇਰੇ ਕਮਾਂਡਰ ਉਹ ਵੀ ਸਰਦਾਰ ਸੀ, ਕੰਪਲੇਂਟਾਂ ਵੀ ਗਈਆਂ ਵੀ ਇਹ ਤਾਂ ਭਿੰਡਰਾਂਵਾਲੇ ਦੇ ਸਾਥੀ ਨੇ, ਇਹਨਾਂ ਨੂੰ ਕੈਦ ਕੀਤਾ ਜਾਵੇ। ਕੰਪਲੇਂਟ ਪ੍ਰੈਜ਼ੀਡੈਂਟ ਨੂੰ ਵੀ ਗਈ ਸਾਡੇ ਅਗੇਂਸਟ, ਲੇਕਿਨ ਉਹ ਮਤਲਬੀ ਲੋਕ ਸਨ ਜੋ ਬਾਅਦ 'ਚ ਵੈਰੀਫਿਕੇਸ਼ਨ ਤੋਂ ਬਾਅਦ ਸੱਚ ਨਹੀਂ ਪਾਏ ਗਏ। ਔਰ 6 ਤਰੀਕ ਨੂੰ ਤਕਰੀਬਨ ਸ਼ਾਮ ਨੂੰ ਆਏ ਸਾਡੇ ਜਨਰਲ ਅਫਸਰ ਜਿਹੜੇ ਸੀ, ਭੋਪਾਲ ਸੀ, ਉੱਥੋਂ ਆਏ। ਉਹਨਾਂ ਨੇ ਕਿਹਾ ਭਾਈ, ਕਿਉਂਕਿ ਅਸੀਂ ਕਿਹਾ ਕਿ ਦੇਖੋ ਹਰਿਮੰਦਰ ਸਾਹਿਬ ਨੂੰ ਨੁਕਸਾਨ ਹੋਇਆ ਹੈ, ਤਾਂ ਉਹਨੇ ਕਿਹਾ ਕਿ ਹੁਕਮ ਆਇਆ ਹੈ ਕਿ ਜੋ ਸਰਦਾਰ ਉੱਥੇ ਦੇਖਣਾ ਚਾਹਵੇ ਉਹ ਜਾ ਸਕਦਾ ਹੈ। ਫਿਰ ਹਰਿਮੰਦਰ ਸਾਹਿਬ ਤੁਸੀਂ ਕਿੰਨੀ ਤਰੀਕ ਨੂੰ ਪਹੁੰਚੇ? 7 ਤਰੀਕ ਨੂੰ ਤਾਂ ਮੈਂ ਲੁਧਿਆਣੇ ਰਿਹਾ ਅਤੇ 8 ਤਰੀਕ ਨੂੰ ਮੈਂ ਸਵੇਰੇ ਚੜ੍ਹ ਕੇ ਤਕਰੀਬਨ ਸ਼ਾਮ ਨੂੰ ਪਹੁੰਚਿਆ ਸੀ। ਉਦੋਂ ਗਿਆਨੀ ਜੈਲ ਸਿੰਘ ਆ ਕੇ ਚਲੇ ਗਏ ਸੀ 8 ਤਰੀਕ ਨੂੰ। ਅਤੇ ਹੁਣ ਅੰਦਰ ਜਾਣ ਲਈ ਬਹੁਤ ਮੁਸ਼ਕਿਲ ਸੀ, ਪਰ ਮੈਂ ਯੂਨੀਫਾਰਮ ਦੇ ਵਿੱਚ ਸੀ, ਵਰਦੀ ਦੇ ਵਿੱਚ ਸੀ। ਅਤੇ ਇੱਕ ਸਾਡੇ ਮੇਜਰ ਸਾਹਿਬ ਸੀਗੇ ਜੋ ਜੀਪ ਜਾ ਰਹੇ ਸਨ, ਮੈਂ ਉਹਨੂੰ ਰੋਕ ਲਿਆ। ਮੈਂ ਕਿਹਾ ਮੈਂ ਵੀ ਹਰਿਮੰਦਰ ਸਾਹਿਬ ਜਾਣਾ ਚਾਹਾਂਗਾ। ਤਾਂ ਮੈਂ ਉਹਦੇ ਨਾਲ ਚਲਿਆ ਗਿਆ। ਉਸਨੇ ਮੈਨੂੰ ਸਾਰਾ ਸਮਝਾਇਆ। ਸਭ ਤੋਂ ਪਹਿਲਾਂ ਤਾਂ ਅਸੀਂ ਪਿੱਛੋਂ ਦੀ ਗਏ ਸੀ, ਖਾਸ ਕਰਕੇ ਸਰਾਂ ਦੇ ਇਲਾਕੇ 'ਚੋਂ। ਦੂਰੋਂ ਸਾਨੂੰ ਜਿਸ ਤਰ੍ਹਾਂ ਦੀ ਉੱਪਰ ਪਾਣੀ ਦੀ ਟੈਂਕੀ ਸੀ ਟੁੱਟੀ ਹੋਈ,
ਉਹਦੇ ਹਾਲਾਤ ਦੇਖ ਕੇ ਬੜਾ ਹੀ ਲੱਗਿਆ ਕਿ ਇਹ ਤਾਂ ਬਹੁਤ ਹੀ ਵੱਡਾ ਘਾਰਾ ਹੋਇਆ, ਘੱਲੂਘਾਰਾ ਹੋਇਆ ਹੈ। ਫਿਰ ਅੱਗੇ ਅਸੀਂ ਜਾ ਕੇ ਮੈਨੂੰ ਉਹ ਉੱਪਰ ਲੈ ਗਿਆ, ਜਿਹੜੇ ਜਾਂ ਗੇਟ ਜਿੱਥੋਂ ਵੜਦੇ ਉੱਥੇ ਲੈ ਗਿਆ ਸੀ। ਅੱਗੇ ਪੱਥਰ ਧਸੇ ਹੋਏ ਸੀ ਜ਼ਮੀਨ ਦੇ ਵਿੱਚ, ਜਿੱਥੋਂ ਦੀ ਉਸਨੇ ਦੱਸਿਆ ਕਿ ਇੱਥੋਂ ਦੀ ਟੈਂਕ ਆਏ ਸੀ। ਬਾਅਦ 'ਚ ਵੀ ਮੈਂ ਜੋ ਪੜ੍ਹਿਆ ਖੋਜਿਆ ਤੇ ਲੱਗਿਆ ਟੋਟਲ ਫੌਜ ਨੇ ਉੱਥੇ 7 ਟੈਂਕ ਲਿਆਂਦੇ ਸੀ। ਉੱਥੇ ਟੈਂਕ ਜੋ ਹੈ ਸਵੇਰੇ 6 ਵਜੇ ਉਹਨਾਂ ਨੇ ਫਾਇਰਿੰਗ ਕੀਤੀ ਸੀ, ਤਕਰੀਬਨ 6 ਵਜੇ 6 ਤਰੀਕ ਨੂੰ। 5 ਤਰੀਕ ਨੂੰ ਉਹਨਾਂ ਪਰਮਿਸ਼ਨ ਲਈ ਮੰਗਿਆ ਸੀ, ਲੇਕਿਨ ਲੇਟ ਪਰਮਿਸ਼ਨ ਹੋਣ ਕਰਕੇ ਉਹਨਾਂ ਨੇ ਫਾਇਰ ਕੀਤਾ। ਜਦ ਅਗਰ ਤੁਸੀਂ ਫਾਇਰ ਕੀਤਾ ਸੀ ਅਕਾਲ ਤਖਤ ਵੱਲ ਨੂੰ, ਔਰ ਹਰਿਮੰਦਰ ਸਾਹਿਬ ਦੇ ਥੋੜ੍ਹਾ ਲੈਫਟ ਪੈਂਦਾ ਹੈ, ਉਹ ਵਿੱਚੋਂ ਆਉਂਦੀ ਸੀ ਡਿਊੜੀ ਸਾਹਿਬ। ਡਿਊੜੀ ਸਾਹਿਬ ਦੇ ਵਿੱਚ ਦੀ ਸਾਰੇ ਗੋਲੇ ਨਿਕਲੇ ਹੋਏ ਆ, ਸਾਰੀ ਖੱਬਾ ਪਾਸਾ ਪੂਰਾ ਢਾਇਆ ਹੋਇਆ ਸੀ। ਉਹ ਦੇਖਿਆ, ਉੱਥੇ ਉਹਨੇ ਦੱਸਿਆ ਇੱਥੇ ਟੈਂਕ ਫਸਿਆ ਸੀ, ਉਹ ਵੀ ਜਗ੍ਹਾ ਦੱਸੀ ਉਹਨੇ। ਅੱਗੇ ਅਸੀਂ ਲਾਇਬ੍ਰੇਰੀ ਵੱਲ ਨਜ਼ਰ ਮਾਰੀ ਤਾਂ ਉੱਥੋਂ ਧੂੰਆਂ ਨਿਕਲ ਰਿਹਾ ਸੀ। ਅਕਾਲ ਤਖਤ 'ਤੇ ਦੇਖੇ ਸਾਰੇ, ਨਾਲੇ ਤਾਂ ਲੋਕੀ ਰੋਈ ਜਾਂਦੇ ਸੀ, ਨਾਲੇ ਦੇਖੀ ਜਾਂਦੇ ਸੀ। ਬਹੁਤ ਹੀ ਬੁਰਾ ਹਾਲ ਸੀ। ਜਿਸ ਤਰ੍ਹਾਂ ਖੰਡਰ ਵੀ ਇੰਨੀ ਬੁਰੀ ਹਾਲਤ 'ਚ ਨਹੀਂ ਹੁੰਦੇ। ਸਾਰੀਆਂ ਬਿਲਡਿੰਗਾਂ ਵਿੱਚੋਂ ਥੋੜ੍ਹਾ ਸਮਾਨ ਨਿਕਲ ਕੇ ਬਾਹਰ ਡਿੱਗਿਆ ਹੋਇਆ ਖਿਲ ਰਿਹਾ ਪਿਆ ਸੀ। ਅਤੇ ਜਿੱਥੇ ਤੁਸੀਂ ਸੁਣਦੇ ਢਾਡੀ ਲੱਗੇ ਹੁੰਦੇ ਨੇ, 2 ਨਿਸ਼ਾਨ ਸਾਹਿਬ ਨੇ ਉਹਦੇ ਵਿਚਾਲੇ ਅਤੇ ਅਕਾਲ ਤਖਤ ਦਾ, ਉੱਥੇ ਇੱਕ ਤਾਂ ਸੰਤ ਭਿੰਡਰਾਂ ਵਾਲੇ ਦੀ ਲਾਸ਼ ਉੱਥੇ ਸੀ, ਉਹਦੇ ਨਾਲ ਹੀ ਜਨਰਲ ਸ਼ਬੇਗ ਸਿੰਘ ਦੀ। ਇਹ ਤੁਸੀਂ ਆਪਣੀ ਅੱਖੀਂ ਦੇਖਿਆ? ਨਹੀਂ, ਉਹ ਤਾਂ ਪਹਿਲਾਂ ਹੋ ਚੁੱਕਿਆ ਸੀ, ਜਿੱਥੋਂ ਦੱਸਣ ਵਾਲਿਆਂ ਨੇ ਦੱਸਿਆ ਜੀ। ਉਹ ਜਗ੍ਹਾ ਸੀ, ਜਗ੍ਹਾ ਉਹਨਾਂ ਦੱਸੀ ਤਾਜ਼ੀ ਸੀ। ਅਤੇ ਜਿਵੇਂ ਉਹਨਾਂ ਨੇ ਉਸ ਵੇਲੇ ਦੱਸਿਆ ਕਿ ਲਾਸਟ ਮਿੰਟ ਦੇ ਉੱਤੇ ਜਦ ਟੈਂਕਾਂ ਦੇ ਗੋਲੇ ਵਰਸਣ ਲੱਗ ਗਏ, ਤਾਂ ਇਹਨਾਂ ਨੇ ਕਿਹਾ ਕਿ ਹੁਣ ਅਸੀਂ, ਉਦੋਂ ਪਹਿਲਾਂ ਅਟੈਕ ਜੋ ਹੋਇਆ ਸੀ 4 ਤਰੀਕ ਨੂੰ, ਸਭ ਤੋਂ ਪਹਿਲਾਂ ਇਹਨਾਂ ਨੇ ਹੈਲੀਕਾਪਟਰ ਰਾਹੀਂ ਪੈਰਾਟਰੂਪਰ ਸੁੱਟੇ ਸੀ। ਉਹ ਤਕਰੀਬਨ ਸਾਰੇ ਦੇ ਸਾਰੇ ਜ਼ਖਮੀ ਜਾਂ ਮਾਰੇ ਗਏ। ਫਿਰ ਇਹਨਾਂ ਨੇ ਬੇਰੀ ਜੋ ਆਪਣੀ ਇੱਧਰ ਟੈਂਕਾਂ ਵਾਲੀ ਸਰਾਏ ਵਾਲੀ ਸਾਈਡ ਦੇ ਉੱਤੇ ਬੇਰੀ ਸਾਹਿਬ ਹੈ, ਉੱਧਰੋਂ ਫਿਰ ਨੇਵੀ ਦੇ ਤੈਰਾਕ ਭੇਜੇ ਸੀ, ਉਹਨਾਂ ਨੂੰ ਵੀ ਮਾਰ ਦਿਆ ਗਿਆ ਸੀ ਵਿੱਚੋਂ ਹੀ। ਉਹ ਵੀ ਫਿਰ ਮੁੜ ਗਏ ਸੀ, ਹਰਿਮੰਦਰ ਸਾਹਿਬ ਤੱਕ ਉਹ ਨਹੀਂ ਜਾ ਸਕੇ। ਫਿਰ ਇਹਨਾਂ ਨੇ ਪਲਟਣਾ ਲਾਈਆਂ। ਟੋਟਲ ਇੱਥੇ ਡਿਵੀਜ਼ਨ ਪਲੱਸ ਇਨਵੋਲਵਡ ਸਿਰਫ ਅਟੈਕ 'ਤੇ ਸੀ। ਇੱਕ ਤਾਂ 4 ਡਿਵੀਜ਼ਨ ਸੀ, 15 ਡਿਵੀਜ਼ਨ ਦੇ ਕੁਛ ਟਰੁੱਪ ਸੀਗੇ ਜੋ ਉਹਦੇ ਅੰਡਰ ਰੱਖੇ ਸੀਗੇ, ਅਤੇ ਉਹਨਾਂ ਨੇ 4 ਤਰੀਕ ਨੂੰ ਹਮਲਾ ਕੀਤਾ। ਰਾਤ ਨੂੰ ਹਮਲਾ ਸ਼ੁਰੂ ਹੋਇਆ ਸੀ ਤਕਰੀਬਨ 11 ਵਜੇ, ਅਤੇ 5 ਤਰੀਕ ਨੂੰ ਵੀ ਹਮਲਾ ਕਰਦੇ ਰਹੇ, ਲੇਕਿਨ ਅੱਗੇ ਨਹੀਂ ਸੀ ਵੱਧ ਰਹੇ। ਇੱਥੇ ਸਰ ਇੱਕ ਮੇਰਾ ਸਵਾਲ ਹੈ, ਤੁਸੀਂ ਕਿਹਾ ਵੀ 4 ਤਰੀਕ ਨੂੰ ਹਮਲਾ ਹੋਇਆ। ਮੇਰੀ ਉਮਰ ਬਹੁਤ ਛੋਟੀ ਹੈ, ਮੈਂ ਉਸ ਸਮੇਂ ਨਹੀਂ ਸੀ, 84 ਤੋਂ ਕਾਫੀ ਦੇਰ ਬਾਅਦ ਮੇਰਾ ਜਨਮ ਹੋਇਆ। ਜੋ ਮੈਂ ਸੁਣਿਆ, ਇਹ ਸੁਣਨ ਚਾਹੁੰਦਾ ਕਿ ਜਦੋਂ ਜਿਸ ਜਰਨਲ ਨੇ ਜ਼ਿੰਮੇਵਾਰੀ ਲਈ ਸੀ ਅਟੈਕ ਕਰਨ ਦੀ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਕਿੰਨੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਤੋਂ ਸਾਰਿਆਂ ਨੂੰ ਬਾਹਰ ਕੱਢਿਆ ਜਾਏਗਾ, ਉਹਨਾਂ ਨੇ ਕਿਹਾ ਸੀ ਵੀ ਕੁਛ ਹੀ ਦੇਰ ਦੀ ਗੱਲ ਹੈ, ਵੀ ਅੱਧੇ ਘੰਟੇ ਦੀ ਗੱਲ ਹੈ। ਪਰ ਫਿਰ 3 ਦਿਨ ਕਿਸ ਤਰ੍ਹਾਂ ਉਹਨਾਂ ਨੂੰ ਲੱਗ ਗਏ? ਕਿਉਂਕਿ ਆਰਮੀ ਦੇ ਸਾਹਮਣੇ ਕੋਈ ਸਿੱਖ ਸੀਗੇ, ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਨਹੀਂ ਦਿੱਤੀ ਗਈ, ਕੋਈ ਮਤਲਬ ਫਿਰ ਇੰਨੀ ਤਗੜੀ ਮੋਰਚੇਬੰਦੀ ਕਿਸ ਤਰ੍ਹਾਂ ਸੀਗੀ ਵੀ ਇੰਨੇ ਦਿਨ ਆਰਮੀ ਨੂੰ ਲੱਗ ਗਏ? ਇਹਦੇ ਵੀ ਮੈਂ ਸਵਾਲ 'ਤੇ ਪੂਰਾ ਜਵਾਬ ਦੇਵਾਂਗਾ। ਦੇਖੋ, ਉਸ ਵੇਲੇ ਜੋ ਫੌਜ ਦੇ ਕਮਾਂਡਰ ਸੀ, ਮੈਂ ਉੱਪਰ ਤੋਂ ਥੱਲੇ ਤੱਕ ਲੱਗ ਜਾਵਾਂ, ਇੰਦਰਾ ਗਾਂਧੀ ਜਿਵੇਂ ਪ੍ਰਾਈਮ ਮਿਨਿਸਟਰ ਸੀ, ਪਲਾਨ ਬਣਾਇਆ ਸੀ ਰਾਜੀਵ ਗਾਂਧੀ ਅਤੇ ਉਹਨਾਂ ਦਾ ਕਜ਼ਨ ਨਹਿਰੂ, ਅਤੇ ਨਾਲ ਆਪਣਾ ਰਾਓ ਸੀ, ਕਾਓ ਜਿਹੜਾ ਸੀ ਇੰਟੈਲੀਜੈਂਸ ਦਾ ਸੀ, ਉਹ ਓਵਰਆਲ ਇੰਚਾਰਜ ਸੀ। ਫੌਜਾਂ ਲਈ ਜਨਰਲ ਰਾਓ ਸੀਗਾ, ਉਹ ਵੈਸਟਰਨ ਕਮਾਂਡ ਦੇ ਥੱਲੇ ਸੀ। ਇਹ ਉਹਦਾ ਜੋ ਚੀਫ ਆਫ ਸਟਾਫ ਸੀ ਜਨਰਲ ਦਿਆਲ ਸੀ। ਇਹਦਾ ਓਵਰਆਲ ਇੰਚਾਰਜ ਬਣਾਇਆ ਸੀ ਜਨਰਲ ਦਿਆਲ ਨੂੰ, ਮਤਲਬ ਪੂਰੇ ਪੰਜਾਬ ਦਾ ਜੀ, ਪੂਰੇ ਪੰਜਾਬ ਇਸ ਇਲਾਕੇ ਦੇ 3 ਕੋਰ ਫੌਜ ਸੀ, 3 ਕੋਰ, ਔਰ 3 ਕੋਰ ਦੇ ਵਿੱਚ 3 ਲੱਖ ਬੰਦਾ ਦੇਖ ਲਓ ਹੁਣ ਤੁਸੀਂ, ਇੰਨਾ ਸੀ ਪੂਰੇ ਪੰਜਾਬ 'ਚ ਲੱਗਿਆ ਹੋਇਆ।
ਤੇ ਇੱਕ ਡਿਵੀਜ਼ਨ ਪਲੱਸ ਸਿਰਫ ਹਰਿਮੰਦਰ ਸਾਹਿਬ ਦੇ ਉੱਤੇ ਸੀ, ਜਿਹਦਾ ਓਵਰਆਲ ਜਨਰਲ ਸੀਗਾ ਜਨਰਲ ਬਰਾੜ, ਤੇ ਉਹਦਾ 2IC ਸੀ ਜਿਹੜਾ ਉੱਥੋਂ ਦੀ 15 ਡਿਵੀਜ਼ਨ ਦਾ 2IC ਉਹ ਸੀਗਾ। ਇੰਨੇ ਟਰੂਪਸ ਹੁੰਦੇ ਹੋਏ ਅੰਦਰ ਸਿਰਫ ਮੈਂ ਪੂਰੀ ਡਿਟੇਲ ਦੇ ਨਾਲ ਜਦ ਸਟੱਡੀ ਕੀਤਾ ਤਾਂ ਸਿਰਫ 400 ਬੰਦਾ ਹੀ ਰਹਿ ਗਿਆ ਸੀ, ਸਿਰਫ 400 ਤੇ ਉਧਰ 10,000। ਇਹੀ ਸਵਾਲ ਜਦ ਮੈਂ ਉੱਥੇ ਉਸ ਵੇਲੇ ਜਿਹੜਾ ਇੱਕ ਮੇਰਾ ਕੋਰਸਮੇਟ ਸੀਗਾ, ਜਿਹੜਾ ਉਹ ਸੰਗਲ ਵਾਲਾ ਅਖਾੜਾ ਹੈ ਨਾ, ਉੱਥੇ ਉਹਨਾਂ ਦਾ ਕੈਂਪ ਲੱਗਿਆ ਹੋਇਆ ਸੀਗਾ, ਮਤਲਬ ਹੈੱਡਕੁਆਟਰ ਸੀਗਾ ਜੀ। ਉਸ ਵੇਲੇ ਮੈਂ ਉਹ ਤੋਂ ਪੁੱਛਿਆ, ਮੇਰਾ ਕੋਰਸਮੇਟ ਜਾਣਦਾ ਸੀ, ਮੈਂ ਉਹਨੂੰ ਪੁੱਛਿਆ ਵੀ ਇੰਨਾ ਗੱਲ ਕੀ ਹੈ, 400 ਬੰਦੇ ਨੂੰ ਮਾਰਨ ਨੂੰ ਇੰਨਾ ਟਾਈਮ ਕਿਵੇਂ ਲੱਗਿਆ? ਤਾਂ ਉਹਨੇ ਮੈਨੂੰ ਇਹੀ ਜਵਾਬ ਦਿੱਤਾ ਕਿ ਅਸੀਂ 4 ਤਰੀਕ ਨੂੰ ਕੋਸ਼ਿਸ਼ ਕਰਦੇ ਰਹੇ ਬਈ ਕੋਈ ਹੋਰ ਉਪਰਾਲਾ, ਖਾਸ ਕਰਕੇ ਪੈਰਾਟਰੂਪਰਸ ਦੇ ਲਈ ਨਾਲ ਹੀ ਅਸੀਂ ਇਹਨੂੰ ਫੜ ਲਈਏ। ਫਿਰ ਨੇਵੀ ਨੂੰ ਟਰਾਈ ਕੀਤਾ, ਫਿਰ 2 ਬਟਾਲੀਅਨਾਂ ਭੇਜੀਆਂ, ਲੇਕਿਨ ਇੰਨੀ ਜ਼ਿਆਦਾ ਇੰਟਰੈਂਚ ਕੀਤੀ ਹੋਈ ਸੀ ਇਸ ਤਰੀਕੇ ਦੇ ਨਾਲ, ਜਿਹਦਾ ਪਾਣੀ ਦਾ ਜਿੱਥੋਂ ਨਿਕਲਦਾ ਨਾ ਸੋਮਾ, ਉਹਦੇ ਵਿੱਚ ਵੀ ਬਣਾਈਆਂ ਹੋਈਆਂ ਸੀ ਖੰਦਕਾਂ, ਅਤੇ ਹਰ ਪਾਸਿਓਂ ਗੋਲੀ ਵਰਦੀ ਸੀ, ਥੱਲਿਓਂ ਜ਼ਮੀਨਾਂ ਦੇ ਉੱਤੇ, ਲੱਤਾਂ ਦੇ ਉੱਤੇ, ਔਰ ਹਰ ਕਮਰੇ ਦੇ ਵਿੱਚੋਂ ਗੋਲੀਆਂ ਵਰ ਰਹੀਆਂ ਸੀ। ਅਤੇ ਬਹੁਤ ਜ਼ਿਆਦਾ ਕੈਜੁਅਲਟੀਆਂ ਹੋਈਆਂ ਸੀਗੀਆਂ। ਜੋ ਪਹਿਲੀ ਪਲਟਣ ਗਈ ਸੀ, ਦੂਜੀ ਪਲਟਣ ਗਈ ਸੀ, ਫਿਰ ਤੀਜੀ ਜੋ ਹੈ ਬ੍ਰਿਗੇਡ ਕਮਾਂਡਰ ਲੈ ਕੇ ਗਏ ਸੀ, ਉਹਨਾਂ ਨੂੰ ਕੁਛ ਜਾ ਕੇ 5 ਤਰੀਕ ਨੂੰ ਸ਼ਾਮ ਨੂੰ ਸਫਲਤਾ ਮਿਲੀ ਸੀ, ਲੇਕਿਨ ਉਹ ਵੀ ਅੱਗੇ ਅਟਕ ਗਏ। ਫਿਰ ਅੱਗੇ ਜਦ ਅਕਾਲ ਤਖਤ 'ਤੇ ਜਾਣਾ ਹੀ ਮੁਸ਼ਕਲ ਹੋ ਗਿਆ, ਫਿਰ ਟੈਂਕ ਮੰਗਵਾਉਣੇ ਪਏ। ਪਰਮਿਸ਼ਨ 5 ਤਰੀਕ ਨੂੰ ਮੰਗੀ ਸੀ, ਮਿਲੀ ਸਵੇਰੇ ਸਾਜਰੇ ਦਿੱਲੀ ਤੋਂ। ਤੇ ਇੰਨੀ ਤਕੜੀ ਮੋਰਚੇਬੰਦੀ ਉਹਨਾਂ ਨੇ ਕਿਸ ਤਰ੍ਹਾਂ ਕੀਤੀ ਹੋਈ ਸੀ? ਜਨਰਲ ਸ਼ਬੇਗ ਸਿੰਘ ਬੜਾ ਮਾਸਟਰਮਾਈਂਡ ਸੀ, ਮੈਂ ਉਹਦੇ ਥੱਲੇ ਕੰਮ ਵੀ ਕੀਤਾ ਹੈ। 71 ਦੇ ਵਿੱਚ ਜਦੋਂ ਅਸੀਂ ਪਾਕਿਸਤਾਨ 'ਤੇ ਅਟੈਕ ਕਰਨਾ ਸੀਗਾ ਅਤੇ ਉਹ ਟ੍ਰੇਨ ਕਰ ਰਿਹਾ ਸੀਗਾ ਮੁਕਤੀ ਬਾਹਿਨੀ ਨੂੰ, ਇੱਕੋ ਧਿਆਨ ਦੇ ਨਾਲ ਇੱਕੋ ਕੰਮ ਕਰਨ ਲੱਗਦਾ ਹੈ ਤਾਂ ਉਹਦੀ ਪਲੈਨਿੰਗ ਜੋ ਹੈ ਬੜੀ ਡੂੰਘਾਈ ਦੇ ਨਾਲ ਕੀਤੀ ਜਾਂਦੀ ਹੈ। ਔਰ ਇਹਨੇ ਸਾਰੀ ਤਿਆਰੀ ਜਨਰਲ ਸ਼ਬੇਗ ਸਿੰਘ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਹੋਈ ਸੀ। ਕਿਸੇ ਪਾਸਿਓਂ ਵੀ ਅਗਰ ਦੁਸ਼ਮਣ ਆਉਂਦਾ ਜਾਂ ਅਟੈਕ ਕਰਨ ਵਾਲਾ ਆਉਂਦਾ ਤਾਂ ਉਹਨੂੰ ਰੋਕਿਆ ਜਾ ਸਕਦਾ ਸੀ। ਉਹਨੂੰ ਪਤਾ ਸੀ ਕਿ ਅਗਰ ਅਟੈਕ ਹੋਏਗਾ ਤਾਂ ਟੈਂਕਾਂ ਮੋਟਰਾਂ ਨਾਲ ਵੀ ਹੋ ਸਕਦਾ, ਤਾਂ ਉਹਨੇ ਉਹਦਾ ਵੀ ਬੰਦੋਬਸਤ ਕੀਤਾ ਹੋਇਆ ਸੀ। ਕਿਉਂ ਪਹਿਲਾਂ ਹਮਲੇ ਤੋਂ ਪਹਿਲਾਂ 1000 ਦੇ ਕਰੀਬ ਬੰਦਾ ਅੰਦਰ ਸੀਗਾ ਕੰਪਲੈਕਸ ਦੇ ਵਿੱਚੋਂ, ਲੇਕਿਨ ਫਿਰ ਪਿੰਡਾਂ ਵਾਲਿਆਂ ਨੇ ਕਹਿ ਦਿੱਤਾ ਸੀ ਵੀ ਜਿਹਨੇ ਨਿਕਲਣਾ ਨਿਕਲ ਜਾਓ, ਪਿੱਛੋਂ ਦੀ ਨਿਕਲ ਗਏ ਸੀਗੇ ਜੀ, ਅਤੇ ਤਕਰੀਬਨ 400 ਰਿਹਾ ਸੀ। ਲੇਕਿਨ ਸਰ ਆਪਾਂ ਗੱਲ ਕਰੀਏ ਤਾਂ ਅਟੈਕ ਕਰਨਾ ਆਖਰੀ ਆਪਸ਼ਨ ਹੁੰਦਾ ਵੀ ਹੁਣ ਅਟੈਕ ਕਰੇ ਬਿਨਾ ਨਹੀਂ ਗੱਲ ਬਣਦੀ, ਤਾਂ ਕੀ ਉੱਥੇ ਸਾਰੇ ਆਪਸ਼ਨਸ ਜਾਂ ਜੋ ਵੀ ਉਹਨਾਂ ਕੋਲ ਸੀਗੇ ਉਹ ਵਰਤੇ ਗਏ ਸੀ ਕਿ ਸਿੱਧਾ ਹੀ ਅਟੈਕ ਕਰ ਦਿੱਤਾ ਗਿਆ? ਦੇਖੋ ਇੱਥੇ ਤਾਂ ਤੁਹਾਨੂੰ ਦੇਖਿਆ ਛੋਟੇ ਛੋਟੇ ਬਾਅਦ ਦੇ ਵਿੱਚ ਆਪਰੇਸ਼ਨ ਜੋ ਪੈਰਾਟਰੂਪਰ ਵਾਲੇ ਕੀਤੇ ਗਏ ਨੇ, ਹੋਰ ਤਾਂ ਕੋਈ ਇਹਨਾਂ ਨੇ ਹੋਰ ਉਪਾਅ ਨਹੀਂ ਕੀਤਾ ਗਿਆ। ਕੋਈ ਫੌਜ ਵੱਲੋਂ ਅੰਦਰ ਕਰ ਸਕਦੇ ਸੀ ਜਾਂ ਹੋਰ ਕਰ ਸਕਦੇ ਸੀ, ਡਾਇਲਾਗ ਤਾਂ ਕੀਤੀ ਨਹੀਂ ਇਹਨਾਂ ਨੇ। ਇੱਕ ਇਹ ਵੀ ਬਾਰ-ਬਾਰ ਸਵਾਲ ਉੱਠਦਾ ਅੱਜ ਦੇ ਸਮੇਂ ਦੇ ਵਿੱਚ ਵੀ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਫੌਜੀ ਹਮਲਾ ਹੋਇਆ ਤਾਂ ਫੌਜ ਵੱਲੋਂ ਕਾਫੀ ਸਾਰਾ ਸਿੱਖ ਲਿਟਰੇਚਰ ਉੱਥੋਂ ਲਿਜਾਇਆ ਗਿਆ, ਜਿਸ ਦੀ ਹੁਣ ਵੀ ਕਈ ਵਾਰੀ ਮੰਗ ਹੁੰਦੀ ਹੈ ਕਿ ਵਾਪਸ ਮਿਲਿਆ ਜਾਵੇ। ਉਸ ਦੇ ਮਤਲਬ ਸਿੱਖ ਲਿਟਰੇਚਰ 'ਤੇ ਤੁਹਾਡਾ ਮਤਲਬ ਕੀ ਹੈ? ਕਿਹੜਾ ਲਿਟਰੇਚਰ ਉਹ ਲੈ ਕੇ ਗਏ ਸੀ ਜਾਂ ਕਿਹੜਾ ਵਾਪਸ ਕੀਤਾ ਉਹਨਾਂ ਨੇ? ਉਦੋਂ ਨਹੀਂ, ਮੈਂ ਉਦੋਂ ਤਾਂ ਦਿਖਾਇਆ, ਮੈਨੂੰ ਦਿਖਦਾ ਜਿਵੇਂ ਧੂੰਆਂ ਨਿਕਲਿਆ, ਮੈਂ ਸ਼ਾਇਦ ਸੋਚਿਆ ਵੀ ਲਾਇਬ੍ਰੇਰੀ ਸੜ ਗਈ ਹੋਏਗੀ, ਲੇਕਿਨ ਬਾਅਦ 'ਚ ਰਿਸਰਚ ਤੋਂ ਬਾਅਦ ਪਤਾ ਲੱਗ ਗਿਆ ਤਾਂ ਸਾਰਾ ਲਿਟਰੇਚਰ ਕੱਢ ਕੇ ਲੈ ਗਏ ਸੀ। ਤਾਂ ਕਰਨਲ ਸਾਹਿਬ ਮੇਰਾ ਆਖਰੀ ਸਵਾਲ ਇਹੀ ਹੈ ਕਿ ਇਹੀ ਕਿਹਾ ਜਾਂਦਾ ਕਿ ਆਰਮੀ ਦੀ ਸ਼ਹਿ 'ਤੇ ਜਿਹੜਾ ਹਮਲਾ ਹੋਇਆ, ਕੀ ਇਹ ਹਮਲਾ ਟਲ ਨਹੀਂ ਸੀ ਸਕਦਾ? ਹਮਲਾ ਟਲਣ ਦੇ ਵਿੱਚ ਕਈ ਤੱਥ ਸ਼ਾਮਲ ਨੇ। ਇੱਕ ਤਾਂ ਖਾਸ ਕਰ ਬੇਸਿਕਲੀ ਤਾਂ ਗੱਦੀ ਦੇ ਰੌਲਾ ਹੁੰਦਾ ਜੀ, ਖਿੱਚ ਖੋਹ ਚੱਲ ਰਹੀ ਸੀ ਅਕਾਲੀ ਦਲ 'ਚ ਵੀ। ਦੂਜਾ, ਅਕਾਲੀ ਦਲ ਨੇ ਮੋਰਚਾ ਲਾਇਆ ਹੋਇਆ ਸੀ ਜਿਹਨੂੰ ਕਾਂਗਰਸ ਦਬਾਉਣਾ ਚਾਹੁੰਦੀ ਸੀ। ਕਾਂਗਰਸ ਨਹੀਂ ਸੀ ਚਾਹੁੰਦੀ ਕਿ ਅਕਾਲੀ ਦਲ ਆਵੇ, ਮਾਮਲਾ ਕੋਈ ਔਰ ਹੁੰਦਾ ਅਤੇ ਗੱਲ ਕਿਸੇ ਹੋਰ ਨੂੰ ਵਧਾ ਦਿੰਦੇ। ਪਰ ਇੱਥੇ ਇਹ ਵੀ ਦੇਖਿਆ ਗਿਆ ਕਿ ਕਾਫੀ ਜਿਹੜੇ ਇਲਜ਼ਾਮ ਲਗਾਏ ਗਏ ਨੇ ਸੰਤ ਭਿੰਡਰਾਂ 'ਤੇ, ਪਰ ਅੱਜ ਤੱਕ ਫਾਈਲ FIR ਇੱਕ ਵੀ ਨਹੀਂ ਹੋਈ, ਮਾਮਲਾ ਕੋਈ ਵੀ ਨਹੀਂ ਦਰਜ ਹੋਇਆ। ਪਤਾ ਨਹੀਂ, ਮੈਂ ਤਾਂ ਇਹ ਹੈਰਾਨ ਹਾਂ। ਉਹ ਮੋਹਰਾ ਸੀ ਉਹਦੇ, ਜਾਂ ਅਗਰ ਇੰਦਰਾ ਗਾਂਧੀ ਉਹਨੂੰ ਲੈਟਰ ਲਿਖ ਸਕਦੀ ਹੈ, ਗਿਆਨੀ ਜੈਲ ਸਿੰਘ ਲਿਖ ਸਕਦਾ, ਔਰ ਉਹ ਹਥਿਆਰਾਂ ਦੇ ਨਾਲ ਦਿੱਲੀ 'ਚ ਘੁੰਮ ਸਕਦਾ, ਮੁੰਬਈ 'ਚ ਘੁੰਮ ਸਕਦਾ,
ਇਹਦਾ ਮਤਲਬ ਉਹ ਤਾਂ ਉਹਨੂੰ ਕੋਈ ਖਤਰਾ ਨਹੀਂ ਸੀਗਾ ਨਾ। ਲੇਕਿਨ ਉਹ ਇਸ ਤਰੀਕੇ ਨਾਲ ਵਧਾ ਚੜਾ ਕੇ ਲੋਕਾਂ ਨੂੰ ਅਫਵਾਹਾਂ ਦਾ ਕੋਈ ਰਾਹ ਹੁੰਦਾ। ਜ਼ਿਆਦਾ ਅਫਵਾਹਾਂ ਸੀ, ਕਹਿੰਦੇ ਜੀ ਐਂ ਮਾਰ ਕੇ ਸੁੱਟੇ ਪਏ, ਇੰਨੀਆਂ ਲਾਸ਼ਾਂ ਸਿੱਟੀਆਂ ਪਈਆਂ, ਐਂ ਰੋਜ਼ ਹਰਿਮੰਦਰ ਸਾਹਿਬ ਦੇ ਇੰਨਾਂ ਨਿਕਲਦੀਆਂ, ਪਤਾ ਨਹੀਂ ਕੀ ਪ੍ਰੋਪੋਗੰਡਾ। ਮੈਨੂੰ ਯਾਦ ਹੈ, ਮੈਂ ਸੱਚੀ ਤੁਹਾਨੂੰ ਦੱਸ ਰਿਹਾ, ਜਦੋਂ ਮੈਂ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲਿਆ ਅਤੇ ਉੱਥੇ ਸਾਡੇ ਸ਼ਰਮੇ ਸੀ ਜਿਨ੍ਹਾਂ ਕੋਲ ਅਸੀਂ ਸਟੱਡੀ ਇਕੱਠੇ ਪੜ੍ਹਦੇ ਹੁੰਦੇ ਸੀ। ਇੰਨੀਆਂ ਜ਼ਿਆਦਾ ਉਹਨੇ ਗੱਲਾਂ ਵਧਾ ਕੇ ਦੱਸੀਆਂ ਹੋਈਆਂ, ਮੈਂ ਤਾਂ ਹੈਰਾਨ ਕਿ ਉਹਨਾਂ ਦੇ ਮਨਾਂ ਦੇ ਵਿੱਚ ਕਿੰਨੀ ਜ਼ਹਿਰ ਭਰੀ ਹੋਈ ਸੀ। ਜਿਹੜੇ ਟਰੂਪਸ ਵੀ ਸੀ ਉਹਨਾਂ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਅਗੇਂਸਟ ਬਹੁਤ ਜ਼ਿਆਦਾ ਭਰ ਦਿੱਤਾ ਗਿਆ ਹੋਇਆ ਸੀ ਕਿ ਉਹਨੂੰ ਦੁਸ਼ਮਣ ਸਮਝਣ ਲੱਗ ਜਾਂਦੇ ਸੀ। ਇੱਕ ਅਫਵਾਹ ਤੇ ਵਾਤਾਵਰਣ ਪੈਦਾ ਕਰਨਾ ਇਹ ਇੰਟੈਲੀਜੈਂਸ ਏਜੰਸੀਆਂ ਦਾ ਕੰਮ ਹੁੰਦਾ, ਅਤੇ ਇਹ ਖਾਸ ਕਰਕੇ ਕਰ ਰਿਹਾ ਸੀ ਕਾਓ ਦਾ ਕੰਮ ਮੇਨ ਇਹ ਸੀਗਾ ਕਿ ਇਹਦੇ ਅਗੇਂਸਟ ਇਹੋ ਜਿਹਾ ਵਾਤਾਵਰਣ ਕਰਕੇ ਸਿੱਖਾਂ ਨੂੰ, ਕਿਉਂਕਿ ਇਹ ਕਹਿੰਦੇ ਸੀ ਇਹ ਮੋਰਚਾ ਸਾਡੇ ਤੋਂ ਕਾਬੂ ਰਿਓੜਾ, ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਸਬਕ ਸਿਖਾਉਣ ਦਾ ਸੀ ਕੰਮ। ਹੁਣ ਤੁਸੀਂ ਦੇਖ ਲਓ, ਉੱਧਰ ਮੋਰਚੇ ਲਾਉਣ ਦੀ ਕਿਹਾ ਫੌਜ ਤਾਂ ਆ ਗਈ ਸੀ। 31 ਤਰੀਕ ਨੂੰ ਸਾਈਨ ਹੋ ਗਿਆ ਸੀਗਾ, 1 ਤਰੀਕ ਨੂੰ ਆ ਗਈ ਸੀ, ਪਹੁੰਚ ਗਈ ਸੀ ਉੱਥੇ। ਸਭ ਨੂੰ ਪਹਿਲਾਂ ਰਿਹਰਸਲ ਹੋ ਚੁੱਕੀ ਸੀ। 9 ਡਿਵੀਜ਼ਨ ਸੀ, ਸੌਰੀ, ਇਹ 9 ਡਿਵੀਜ਼ਨ ਜਿਹਨੇ ਅਟੈਕ ਮਾਰਿਆ ਸੀਗਾ ਮੇਰਠ ਤੋਂ ਗਈ ਸੀ, ਅਤੇ ਇਹਦੀ ਰਿਹਰਸਲ ਵੀ ਹੋ ਚੁੱਕੀ ਸੀਗੀ, ਅਟੈਕ ਕਿਵੇਂ ਕਰਨਾ। ਚਕਰਾਤਾ ਜਗ੍ਹਾ ਆ ਉੱਥੇ ਪਹਿਲਾਂ, ਇਹਦਾ ਮਤਲਬ ਪਹਿਲਾਂ ਸਭ ਤਿਆਰੀਆਂ ਹੋ ਚੁੱਕੀਆਂ ਸੀਗੀਆਂ। ਇਹਦੇ ਲਈ ਬਹਾਨਾ ਭਾਲਦੇ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ, ਔਰ ਇਸ ਤਰ੍ਹਾਂ ਇਹੀ ਤਰੀਕਾ ਸੀ ਜੋ ਇਹਨਾਂ ਦਾ ਅਪਰੋਚ ਜਾਂ ਪਹੁੰਚ ਸੀ ਕਿਸੇ ਹਮਲੇ ਨੂੰ। ਉਹਨਾਂ ਨੇ ਇਸੇ ਕਰਕੇ ਹੀ ਸੰਤ ਭਿੰਡਰਾਂਵਾਲੇ ਨੂੰ ਮੋਹਰਾ ਬਣਾਇਆ ਸੀ, ਕਿਉਂਕਿ ਉਹ ਬੜਾ ਸੱਚਾ ਸੁੱਚਾ ਬੰਦਾ ਸੀ। ਉਹ ਆਪਣੇ ਹਿਸਾਬ ਦੇ ਨਾਲ ਚੱਲਦਾ ਸੀ, ਲੇਕਿਨ ਉਹ ਚਾਹੁੰਦਾ ਸੀ ਕਿ ਵੀ ਅਸੀਂ ਸਿੱਖਾਂ ਦਾ ਜਾਂ ਪ੍ਰਮੁੱਖ ਸਥਾਨ ਹੈ ਇਹ 'ਤੇ ਹਮਲਾ ਨਹੀਂ ਹੋਣ ਦੇਣਾ। ਉਹਦੀ ਆਪਣੀ ਅਪਰੋਚ ਸੀ। ਸਰਕਾਰ ਦੀ ਅਪਰੋਚ ਕਿਸੇ ਹੋਰ ਤਰ੍ਹਾਂ ਸੀ, ਬਾਦਲ ਦੀ ਅਪਰੋਚ ਕਿਸੇ ਹੋਰ ਤਰ੍ਹਾਂ ਸੀ, ਬਾਦਲ ਅਤੇ ਟੌੜੇ ਦੀ ਅਪਰੋਚ ਹੋਰ ਤਰ੍ਹਾਂ ਸੀ। ਪੋਲੀਟਿਕਸ ਸਾਰੇ ਇੱਕ ਨਹੀਂ ਸੀਗਾ ਇਹ। ਜੇ ਅਕਾਲੀ ਇਕੱਠੇ ਹੋ ਕੇ ਇੱਕ ਅਪਰੋਚ ਨਾਲ ਜਾਂਦੇ ਤਾਂ ਇਹ ਰੋਕ ਸਕਦੇ ਸੀ। ਕੁਛ ਇਹਨਾਂ ਦਾ ਵੀ ਇਸ਼ਾਰਾ ਸੀ ਕਿ ਹਮਲਾ ਕਰੋ ਇਹ 'ਤੇ, ਜੋ ਵਿੱਚੋਂ ਲੈਟਰ ਮੈਂ ਦੇਖੇ ਨੇ, ਸ਼ਾਇਦ ਬਾਦਲ ਦੇ ਸੀ ਲੈਟਰ ਜਾਂ ਟੌੜੇ ਦੇ ਸੀ ਲੈਟਰ ਸੀਗੇ ਇਹ। ਤਾਂ ਇਹਦਾ ਮਤਲਬ ਸਾਡੀ ਆਪਣੀ ਕੌਮ ਹੀ ਫਟੀ ਹੋਈ ਸੀ। ਜਦ ਆਪਣੀ ਕੌਮ ਫਟ ਜਾਏ ਤਾਂ ਸਾਨੂੰ ਉਹ ਭੁਗਤਣਾ ਹੀ ਪੈਂਦਾ, ਅਤੇ ਉਹਦਾ ਫਾਇਦਾ ਉਹਨਾਂ ਨੇ ਲਿਆ। ਔਰ ਖ਼ਾਸ ਕਰਕੇ ਜੋ ਅਫਵਾਹਾਂ, ਭਰੋਸੇ ਦੀ ਘਾਟ ਅਤੇ ਭੜਕਾਊ ਤਰੀਕੇ ਤਿਆਰ ਕਰਨੇ, ਇਹ ਕੁਛ ਇੱਕ ਹੋਰ ਤਰੀਕੇ, ਖਾਸ ਕਰਕੇ ਉਹਨੇ ਦਿਨ ਮਾਰਕਾਟ ਹੋ ਰਹੀ ਸੀ, ਸਾਰੀ ਭਿੰਡਰਾਂਵਾਲੇ ਦੇ ਨਾਂ 'ਤੇ ਲੱਗ ਰਹੀ ਸੀ। ਇਹ ਜੋ ਡਿਫੈਂਸ ਤਿਆਰ ਕੀਤੀਆਂ ਸਿਰਫ 1 ਮਹੀਨੇ ਤਿਆਰ ਕੀਤੀਆਂ ਗਈਆਂ, ਜਦ ਤੱਕ ਉਹਨੂੰ ਪੱਕਾ ਪਤਾ ਲੱਗ ਗਿਆ ਕਿ ਹਮਲਾ ਹੋਏਗਾ। ਉਹ ਤੋਂ ਪਹਿਲਾਂ ਤਿਆਰੀ ਸ਼ੁਰੂ, ਜਦ ਉਹਨੇ ਦੇਖ ਲਿਆ ਵੀ ਇਹਦਾ ਤਾਂ ਮਾਡਲ ਬਣ ਗਏ, ਅਟੈਕ ਹੋ ਗਿਆ, ਤੁਹਾਨੂੰ ਪਤਾ ਲੱਗ ਗਿਆ ਜਨਰਲ ਸੀ। ਅਗਰ ਇਹ ਪਹਿਲਾਂ ਹੀ ਸਾਂਭ ਲੈਂਦੇ ਚੀਜ਼ ਸਾਰੀ ਸੰਭਲ ਜਾਣੀ ਸੀ, ਪਰ ਲੇਕਿਨ ਸਾਂਭਣ ਦਾ ਸ਼ੌਕ ਕਿਹਨੂੰ ਸੀ? ਦੱਸੋ। 2 ਤਰੀਕ ਨੂੰ ਇੰਦਰਾ ਗਾਂਧੀ ਲੈਕਚਰ ਦਿੰਦੀ ਆ, ਅਸੀਂ ਸ਼ਾਂਤੀ ਚਾਹੁੰਦੇ ਹਾਂ ਜੀ, ਤੁਸੀਂ ਇਹ ਛੱਡ ਦਿਓ ਜੀ, ਹਰਿਮੰਦਰ ਸਾਹਿਬ ਦੇ ਉੱਤੇ ਇਹ ਜਿਹੜੇ ਇੰਨਾ ਕੁਛ ਹੋ ਰਿਹਾ ਹੈ ਇਹਨੂੰ ਬੰਦ ਕਰੋ ਜੀ, ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੀ ਕੌਮ ਦਾ ਫਾਇਦਾ ਚਾਹੁੰਦੇ ਹਾਂ। ਉਦੋਂ ਕੋਈ ਮਤਲਬ ਇਹੋ ਜਿਹੀ ਇੰਕਲਿੰਗ ਵੀ ਨਹੀਂ ਸੀ ਕਿ ਹਮਲਾ ਕਰਨਾ। 2 ਤਰੀਕ ਨੂੰ 2 ਜੂਨ ਨੂੰ ਸੁਣਿਆ ਹੋਣਾ ਲੈਕਚਰ, ਮੇਰੇ ਕੋਲ ਤਾਂ ਹੈ ਰਿਕਾਰਡਡ। ਤਾਂ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ, ਇਹ ਕਹਿਣ ਦੀਆਂ ਗੱਲ ਕੁਛ ਹੋਰ ਹੁੰਦੀ ਹੈ, ਕਮਾਉਣ ਦੀ ਗੱਲ ਹੋਰ ਹੁੰਦੀ ਹੈ। ਇਹਦੇ ਉੱਤੋਂ ਆਪਣੇ ਪੂਰੇ ਹਿੰਦੁਸਤਾਨ ਨੂੰ ਬਹੁਤ ਵੱਡਾ ਘਾਟਾ ਹੋਇਆ। ਇੱਕ ਸਿੱਖ ਕੌਮ ਨੂੰ ਅਲੱਗ ਕਰ ਦਿੱਤਾ ਗਿਆ ਇੱਕ ਕਿਸਮ ਦੇ ਨਾਲ। ਉਨੀ ਦਿਨ ਤਾਂ ਜਿੰਨੀ ਬੇਇੱਜ਼ਤੀ ਮੈਨੂੰ ਮਹਿਸੂਸ ਹੋਈ ਨਾ, ਐਜ਼ ਏ ਵਰਦੀ ਦੇ ਵਿੱਚ ਵੀ ਸਾਡੀ ਇੰਨੀ ਜ਼ਿਆਦਾ ਬੇਇੱਜ਼ਤੀ ਲੱਗਦੀ ਸੀ। ਮਤਲਬ ਐਂ ਲੱਗਦਾ ਜਿਵੇਂ ਅਸੀਂ ਇੱਕ ਤਾਂ ਦੁਸ਼ਮਣ ਦੇ ਨਾਲ ਵੀ ਕੋਈ ਇੰਨਾ ਬੁਰਾ ਨਹੀਂ ਕਰਦਾ ਜਿੰਨਾ ਸਾਡੇ ਨਾਲ ਕੀਤਾ ਜਾਂਦਾ ਸੀ। ਥਾਂ ਮੇਰੀ ਚੈੱਕ ਹੁੰਦੀ ਸੀ। ਦੱਸੋ, ਮੈਂ ਉਨੀ ਦਿਨ ਹੀ ਆਇਆ 7 ਤਰੀਕ ਨੂੰ 8 ਤਰੀਕ ਨੂੰ, ਹਰ ਥਾਂ ਚੈੱਕ ਪੁਆਇੰਟ ਥਾਂ ਸੀਗੇ, ਬੱਸਾਂ 'ਚ ਤਾਰ ਕੇ ਚੈੱਕ ਕਰਨੀ। ਦੱਸੋ, ਇੰਨਾ ਬੁਰਾ ਲੱਗਦਾ ਸੀ। ਮੈਨੂੰ ਵਰਦੀ ਵਾਲੇ ਯੂਨੀਫਾਰਮ 'ਚ ਮੈਨੂੰ ਵਰਦੀ ਦੇ ਉੱਤੇ ਹੀ ਨਫ਼ਰਤ ਹੋਣ ਲੱਗ ਗਈ ਸੀ। ਇੰਨਾ ਮਤਲਬ ਉਹਨਾਂ ਦੇ ਦਿਲਾਂ, ਪੁਲਿਸ ਦੇ ਮਨਾਂ ਦੇ ਵਿੱਚ, ਫੌਜ ਦੇ ਮਨਾਂ ਦੇ ਵਿੱਚ ਸਿੱਖਾਂ ਦੇ ਵਿਰੁੱਧ ਭਰ ਦਿੱਤਾ ਗਿਆ ਸੀ। ਔਰ ਇਹ ਤੋਂ ਜ਼ਿਆਦਾ ਪ੍ਰਚਾਰ ਉਸ ਤੋਂ ਇਮੀਡੀਏਟਲੀ ਬਾਅਦ
ਰਾਜੀਵ ਗਾਂਧੀ ਨੇ ਥਾਂ ਥਾਂ ਕਰਕੇ ਵੋਟਾਂ ਜਿੱਤੀਆਂ। ਜਦ ਰਾਜੀਵ ਗਾਂਧੀ ਨੇ ਸਭ ਤੋਂ ਜ਼ਿਆਦਾ ਇਲੈਕਸ਼ਨ 'ਚ ਵੋਟਾਂ ਲਈਆਂ ਤਾਂ ਸਿੱਖਾਂ ਦੇ ਨਾਂ 'ਤੇ ਹੀ ਲਈਆਂ ਕਿ ਅਸੀਂ ਸਿੱਖਾਂ ਨੂੰ ਸਭ ਕੁਝ ਸਿਖਾ ਦਿੱਤਾ। ਔਰ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਸੀ ਉਹਨੇ ਉਦੋਂ, ਅਸੀਂ ਤਾਂ ਸਾਨੂੰ ਤਾਂ ਐਂ ਲੱਗਦਾ ਸੀ ਵੀ ਅਸੀਂ ਕਿਤੇ ਵਾਧੂ ਹੁੰਦੇ ਹਾਂ। ਅਤੇ ਉੱਪਰ ਸਾਨੂੰ ਚੜ੍ਹਾਇਆ ਸੀ ਪਹਾੜਾਂ 'ਤੇ, ਛੁੱਟੀ ਛੱਟੀ ਮਿਲਦੀ ਨਹੀਂ ਸੀ। ਸਾਡੇ ਨਾਲ ਤਾਂ ਇਹ ਹੋਇਆ, ਮੇਰੇ ਨਾਲ ਆਪਣੇ ਨਾਲ ਹੋਇਆ ਇਹ। ਮੈਂ ਤਾਂ 10 ਸਾਲ ਭੁਗਤਿਆ ਉੱਥੇ ਈਸਟ ਦੇ ਵਿੱਚ। ਨਹੀਂ 1984 ਨੂੰ 1985 'ਚ ਮੈਂ ਗਿਆ ਸੀ ਉੱਥੇ, 84 ਦੇ ਐਂਡ 'ਚ, 85 'ਚ ਗਿਆ ਸੀ। 85 'ਚ ਆਇਆ ਅਤੇ ਉੱਥੋਂ 95 'ਚ ਨਿਕਲਿਆ। ਦੱਸੋ ਕਿੰਨਾ। ਉਹ ਤੋਂ ਪੋਸਟਿੰਗ ਆਈ ਮੇਰੀ, ਆਈ ਉੱਥੇ ਦੂਜੇ 'ਚੋਂ ਦਿਨਜਾਨ 'ਚੋਂ ਸਿੱਕਿਮ। ਕਦੇ ਕਿਸੇ ਦੀ ਨਹੀਂ ਹੋਈ ਇੱਦਾਂ, ਉੱਪਰ ਪਹਾੜਾਂ 'ਤੇ ਬੈਠੇ ਰਹੇ। ਤੋ ਇਹ ਜਿਹੜਾ ਹੈਗਾ ਇੱਕ ਕੌਮ ਨੂੰ ਉਸ ਵੇਲੇ ਦੀ ਨੂੰ ਇੰਨਾ ਜ਼ਿਆਦਾ, ਖਾਸ ਕਰਕੇ ਸਾਡੇ ਕੰਮ ਤੋਂ, ਕਿਉਂ ਜਿਵੇਂ ਸਿੱਖ ਭੱਜੇ ਸੀ, ਕਿਉਂ ਮੈਂ ਸੀ ਲੀਗਲ ਐਕਸਪਰਟ ਵੀ ਸੀਗਾ, ਲਾ ਕੀਤਾ ਸੀ। ਫਿਰ ਮੈਂ ਉਹਨਾਂ ਦੇ ਕੇਸ ਵੀ ਲੜਦਾ ਰਿਹਾ ਜਾਂ ਮੁੰਡੇ ਭੱਜੇ ਸੀ। ਉਹਨਾਂ ਨੂੰ ਮੈਂ ਪੁੱਛਦਾ ਸੀ ਭਾਈ ਤੁਸੀਂ ਭੱਜੇ ਕਿਉਂ ਸੀ? ਉਹ ਕਹਿੰਦੇ ਸਾਡਾ ਹਰਿਮੰਦਰ ਸਾਹਿਬ ਜੋ ਹੈ ਉਹਨੂੰ ਲੁੱਟੀ ਜਾ ਰਹੇ ਹੈ, ਉਜਾੜੀ ਜਾ ਰਹੇ ਨੇ, ਅਸੀਂ ਕਿਵੇਂ ਟਿਕ ਜੀਏ? ਸਾਨੂੰ ਤਾਂ ਮੁੜ ਤੋਂ ਸਿਖਾਇਆ ਗਿਆ ਕਿ ਆਪਣੇ ਧਰਮ ਸਥਾਨ ਨੂੰ ਅਸੀਂ ਬਚਾਉਣਾ। ਮੈਂ ਤਾਂ ਸਾਰੇ ਉਹਨਾਂ ਦੇ ਕੇਸਾਂ ਜਦ ਲੜਦਾ ਸੀ, ਸਾਰੇ ਕੇਸ ਲੜੇ ਨੇ ਮੈਂ 3-4 ਦੇ। ਅਤੇ ਇੰਨੀਆਂ ਭਾਵਨਾ ਲੋਕਾਂ ਦੇ ਵਿੱਚ, ਉਸ ਭਾਵਨਾ ਨੂੰ ਮੈਂ ਦੱਸ ਨਹੀਂ ਸਕਦਾ। ਤੁਹਾਡਾ ਸਾਰਾ ਘਰ ਲੁੱਟਦਾ ਹੋਵੇ, ਤੁਹਾਡਾ ਸਾਰਾ ਕੁਝ ਉੱਜੜ ਰਿਹਾ ਹੋਵੇ, ਤੁਹਾਨੂੰ ਕਿਵੇਂ ਲੱਗਦਾ? ਔਰ ਖਾਸ ਕਰਕੇ ਜਦ ਤੁਸੀਂ ਅਕਾਲ ਤਖਤ ਦੇ ਸਾਹਮਣੇ ਖੜ੍ਹੇ ਹੁੰਦੇ ਹੋ, ਉਦੋਂ ਦਾ ਮੇਰੇ ਮਨ ਤੋਂ ਹਾਲੇ ਤਾਂ ਗਿਆ ਹੀ ਨਹੀਂ ਕਦੇ। ਹਰਿਮੰਦਰ ਸਾਹਿਬ ਦੀ ਉਦੋਂ ਸੀਨ ਦੇਖਦੇ, ਕਦੇ ਨਹੀਂ ਗਿਆ ਸਾਡੇ ਦਾ। ਫਿਰ ਕਹਿੰਦੇ ਭੁੱਲ ਜਾਓ। ਅਸੀਂ ਕਿਉਂ ਭੁੱਲ ਜਾਈਏ ਭਾਈ? ਸਾਨੂੰ ਕਿੱਥੋਂ ਭੁੱਲ ਜੂ? ਸੁਪਨੇ 'ਚ ਵੀ ਹਾਲੇ ਇਹੋ ਹੀ ਆਉਂਦਾ। ਸੋ ਇਹ ਬਹੁਤ ਵੱਡੀ ਚੁਣੌਤੀ ਸੀ। ਸਿੱਖ ਤਾਂ ਕੌਮ ਨੇ ਪਾਰ ਤਾਂ ਕਰ ਲਈ, ਲੇਕਿਨ ਜੇ ਅਸੀਂ ਗਿਣੀਏ ਸਾਨੂੰ ਸਾਰਿਆਂ ਨਾਲ ਐਵੇਂ ਹੁੰਦਾ ਸੀ ਮਾਰ ਹੀ ਖਾਂਦੇ ਆਏ। ਪਹਿਲੇ ਘੱਲੂਘਾਰੇ 'ਚ ਵੀ, ਦੂਜੇ ਘੱਲੂਘਾਰੇ 'ਚ ਵੀ, ਤੀਜੇ ਘੱਲੂਘਾਰੇ 'ਚ ਵੀ ਅਸੀਂ ਮਾਰ ਹੀ ਖਾਧੀ ਹੈ। ਲੇਕਿਨ ਅਸੀਂ ਕਦੇ ਜਿੰਨੇ ਅਸੀਂ ਹੁਣ ਦੇਖੋ ਇੰਨੀ ਲੋਕਾਂ ਦੀ ਮਦਦ ਕਰਦੇ ਰਹੇ ਹਾਂ। ਹੁਣ ਸਾਰਿਆਂ ਨੂੰ ਲੰਗਰ ਛਕਾਇਆ, ਸਭ ਕੁਝ ਮਦਦ ਕੀਤੀ ਹੈ, ਪੈਸੇ ਦਿੱਤੇ ਆ ਕੋਲੋਂ, ਅਸੀਂ ਵੀ ਦਿੰਦਾ ਰਿਹਾ ਅਤੇ ਆਸੇ ਪਾਸੇ ਨੂੰ ਮੈਂ ਬੋਰੀਆਂ ਦਿੰਦਾ ਰਿਹਾ, ਸਭ ਕੁਝ ਕਰਦਾ ਰਿਹਾ। ਲੇਕਿਨ ਇਹ ਇੱਕ ਸਾਡੀ ਕੌਮ ਦੇ ਵਿੱਚ ਇਹ ਧਾਰਨਾ ਭਰੀ ਹੋਈ ਹੈ ਕਿ ਦੂਜੇ ਦਾ ਫਾਇਦਾ ਕਰੋ, ਪਰ ਅਸੀਂ ਆਪਣਾ ਫਾਇਦਾ ਤਾਂ ਲੈ ਨਹੀਂ ਸਕਦੇ, ਆਪਣਾ ਨੁਕਸਾਨ ਹੋ ਰਿਹਾ ਲਗਾਤਾਰ। ਪਤਾ ਨਹੀਂ ਕਦੋਂ ਸਮਝਾਂਗੇ। ਤਾਂ ਇਹ ਸਨ ਸਾਡੇ ਨਾਲ ਸਾਬਕਾ ਕਰਨਲ ਡਾਕਟਰ DS ਗਰੇਵਾਲ ਜੀ, ਜਿਨ੍ਹਾਂ ਨੇ ਦੱਸਿਆ ਕਿ 84 ਵੇਲੇ ਜਦੋਂ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਗਿਆ ਤਾਂ ਕਿਸ ਤਰ੍ਹਾਂ ਕੀਤਾ ਗਿਆ। ਪੂਰੀ ਜਿਹੜੀ ਇਹਨਾਂ ਨੇ ਰਿਸਰਚ ਕੀਤੀ, ਅੱਜ ਤੁਹਾਨੂੰ ਦੱਸੀ ਹੈ ਕਿ ਕਿਸ ਤਰ੍ਹਾਂ ਮੋਰਚੇਬੰਦੀ ਕੀਤੀ ਗਈ ਸੀ ਅਤੇ ਕਿਸ ਤਰ੍ਹਾਂ ਅਟੈਕ ਕੀਤਾ ਗਿਆ ਸੀ ਅਤੇ ਕੀ ਇਹ ਅਟੈਕ ਟਲ ਸਕਦਾ ਸੀ ਕਿ ਨਹੀਂ। ਤਾਂ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਲੁਧਿਆਣਾ ਟਾਈਮਜ਼। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।